ਵੈਲਕਮ ਸਟੂਡੈਂਟਸ। ਅੱਜ ਅਸੀਂ ਪੀਐਸ ਟੈਟ 1 ਦੇ ਲਈ ਸੋਸ਼ਲ ਸਟੱਡੀਜ਼ ਦੇ ਵਿੱਚੋਂ ਜਿਹੜਾ ਪਾਰਟ ਹੈ ਹਿਸਟਰੀ, ਇਹਦੇ ਨੀਅਰ ਅਬਾਊਟ 150 ਤੱਕ ਅਸੀਂ ਕੁਐਸਚਨ ਕਰਾਂਗੇ। ਵਨ ਵਰਡ ਕੁਐਸਚਨ ਆਨਸਰ ਨੇ, ਕਿਉਂਕਿ ਜੇਕਰ ਅਸੀਂ MCQ ਲੈਣੇ ਤਾਂ ਉਹਦੇ 'ਚ ਸਾਡਾ ਟਾਈਮ ਜ਼ਿਆਦਾ ਲੱਗਦਾ ਹੈ ਅਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਤੁਹਾਨੂੰ ਥੋੜ੍ਹੇ ਟਾਈਮ ਦੇ ਵਿੱਚ ਜ਼ਿਆਦਾ ਜਿਹੜੇ ਕੁਐਸਚਨ ਨੇ ਉਹ ਕਲੀਅਰ ਕਰਵਾ ਦਿਆਂ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ? 31 ਦਸੰਬਰ 1600 ਈਸਵੀ ਨੂੰ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਂ ਦੇ ਗਰੁੱਪ ਨੇ। ਵਾਸਕੋ ਡੀ ਗਾਮਾ ਕਿੱਥੋਂ ਦਾ ਵਸਨੀਕ ਸੀ? ਪੁਰਤਗਾਲ ਦਾ। ਸਹਾਇਕ ਸੰਧੀ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਲਾਰਡ ਵੈਲਜ਼ਲੀ ਨੇ। ਹੈਦਰ ਅਲੀ ਨੇ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਦੋਂ ਕੀਤੀ? 1761 ਈਸਵੀ ਵਿੱਚ। ਟੀਪੂ ਸੁਲਤਾਨ ਕੌਣ ਸੀ? ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਸੀ। ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਦੇ ਸਮੇਂ ਆਰੰਭ ਕੀਤੀ ਗਈ? ਲਾਰਡ ਡਲਹੌਜੀ ਦੇ ਸਮੇਂ। ਕਰਨਾਟਕ ਦੇ 3 ਯੁੱਧ ਕਿਹਨਾਂ ਵਿਚਕਾਰ ਹੋਏ? ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ। ਵਾਸਕੋ ਡੀ ਗਾਮਾ ਭਾਰਤ ਵਿੱਚ ਸਭ ਤੋਂ ਪਹਿਲਾਂ ਕਿੱਥੇ ਪਹੁੰਚਿਆ? ਕਾਲੀਕਟ। ਸਿਰਾਜਉਦੌਲਾ ਕਿੱਥੋਂ ਦਾ ਨਵਾਬ ਸੀ? ਬੰਗਾਲ ਦਾ। ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ? 1773 ਈਸਵੀ ਵਿੱਚ। ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ? 1784 ਈਸਵੀ ਵਿੱਚ। ਕਿਸ ਸਾਲ ਵਿੱਚ ਸਿਵਲ ਸਰਵਿਸ ਵਿੱਚ ਨਿਯੁਕਤੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਧਾਰ 'ਤੇ ਕੀਤੀਆਂ ਜਾਣ ਲੱਗੀਆਂ? 1853 ਈਸਵੀ ਵਿੱਚ। 1886 ਈਸਵੀ ਵਿੱਚ ਭਾਰਤ ਦੇ ਕਿਸ ਵਾਇਸਰਾਏ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ? ਲਾਰਡ ਰਿਪਨ ਨੇ। ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨੀ ਵਿਵਸਥਾ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਕਿਸ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤਾ? ਲਾਰਡ ਕਾਰਨਵਾਲਿਸ ਨੇ। 1773 ਦੇ ਰੈਗੂਲੇਟਿੰਗ ਐਕਟ ਅਨੁਸਾਰ ਕਿਸ ਸ਼ਹਿਰ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ? ਕੋਲਕਾਤਾ ਵਿੱਚ। ਲਾਰਡ ਵਿਲੀਅਮ ਬੈਂਟਿਕ ਨੇ 1832 ਈਸਵੀ ਵਿੱਚ ਬੰਗਾਲ ਵਿੱਚ ਕਿਹੜੀ ਪ੍ਰਥਾ ਦੀ ਸਥਾਪਨਾ ਕੀਤੀ? ਜਿਊਰੀ ਪ੍ਰਥਾ। ਪੰਜਾਬ ਪੁਲਿਸ ਪ੍ਰਬੰਧ ਵਿੱਚ ਸੁਧਾਰ ਕਿਸ ਗਵਰਨਰ ਜਨਰਲ ਨੇ ਕੀਤਾ? ਲਾਰਡ ਕਾਰਨਵਾਲਿਸ ਨੇ। ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਦੀ ਸਥਾਪਨਾ ਕਿੱਥੇ ਅਤੇ ਕਦੋਂ ਕੀਤੀ ਗਈ? ਕਲਕੱਤਾ ਵਿਖੇ 1774 ਵਿੱਚ। ਲਾਰਡ ਕਾਰਨਵਾਲਿਸ ਨੇ 1793 ਈਸਵੀ ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਭੂਮੀ ਲਗਾਉਣ ਲਈ ਕਿਹੜਾ ਪ੍ਰਬੰਧ ਸ਼ੁਰੂ ਕੀਤਾ? ਸਥਾਈ ਬੰਦੋਬਸਤ। ਸਥਾਈ ਬੰਦੋਬਸਤ ਕਾਰਨ ਕਿਹਨਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ? ਜ਼ਿਮੀਂਦਾਰਾਂ ਨੂੰ। ਰੈਅਤਵਾੜੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕਿਹੜਾ ਲਗਾਨ ਪ੍ਰਬੰਧ ਸ਼ੁਰੂ ਕੀਤਾ ਗਿਆ? ਮਹਿਲਵਾੜੀ ਪ੍ਰਬੰਧ। ਕਿਸ ਭੂਮੀ ਲਗਾਨ ਪ੍ਰਬੰਧ ਵਿੱਚ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਗਿਆ? ਰੈਅਤਵਾੜੀ ਪ੍ਰਬੰਧ ਵਿੱਚ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਨੀਲ ਉਤਪਾਦਨ 'ਤੇ ਵੱਧ ਲਗਾਨ ਲਗਾਉਣ ਲਈ ਕਿਹੜਾ ਵਿਦਰੋਹ ਕੀਤਾ? ਨੀਲ ਵਿਦਰੋਹ। ਕਿਹੜਾ ਭੂਮੀ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ? ਮਹਿਲਵਾੜੀ ਪ੍ਰਬੰਧ। ਨੀਲ ਵਿਦਰੋਹ ਕਿਹੜੇ ਰਾਜਾਂ ਵਿੱਚ ਫੈਲਿਆ? ਬੰਗਾਲ ਅਤੇ ਬਿਹਾਰ ਵਿੱਚ। 1835 ਈਸਵੀ ਵਿੱਚ ਭਾਰਤ ਵਿੱਚ ਸਿੱਖਿਆ ਦੇ ਸੁਧਾਰ ਲਈ ਬਣਾਈ ਗਈ ਕਮੇਟੀ ਦੇ ਪ੍ਰਧਾਨ ਕੌਣ ਸਨ? ਲਾਰਡ ਮੈਕੌਲੇ। ਲਾਰਡ ਮੈਕੌਲੇ ਨੇ ਕਿਹੜੀ ਸਿੱਖਿਆ ਦੇ ਪੱਖ ਵਿੱਚ ਫੈਸਲਾ ਦਿੱਤਾ? ਪੱਛਮੀ ਸਿੱਖਿਆ ਦੇ। 19ਵੀਂ ਸਦੀ ਵਿੱਚ ਇਸਲਾਮੀ ਸਮਾਜ ਅਤੇ ਧਰਮ ਵਿੱਚ ਸੁਧਾਰ ਕਰਨ ਲਈ ਅਲੀਗੜ੍ਹ ਅੰਦੋਲਨ ਕਿਸ ਨੇ ਚਲਾਇਆ? ਸਰ ਸੈਯਦ ਅਹਿਮਦ ਖਾਨ ਨੇ। ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲਿਆ ਦੀ ਪਹਿਲੀ ਚਾਂਸਲਰ ਕੌਣ ਸੀ? ਸੁਲਤਾਨ ਜਹਾਂ ਬੇਗਮ। ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਸਵਾਮੀ ਵਿਵੇਕਾਨੰਦ ਨੇ। 1928 ਈਸਵੀ ਵਿੱਚ ਕਿਹੜੀ ਕਮੇਟੀ ਦੀ ਸਿਫਾਰਸ਼ ਦੁਆਰਾ ਪ੍ਰਾਇਮਰੀ ਸਿੱਖਿਆ ਨੂੰ ਲਾਜ਼ਮੀ ਕੀਤਾ ਗਿਆ? ਹਰਤੋਗ ਕਮੇਟੀ ਦੀ ਸਿਫਾਰਸ਼ ਦੁਆਰਾ। ਅੰਗਰੇਜ਼ਾਂ ਦੁਆਰਾ ਚਲਾਈ ਗਈ ਸਿੱਖਿਆ ਪ੍ਰਣਾਲੀ ਅਧੀਨ ਕਿਹੜੀ ਭਾਸ਼ਾ ਦੀ ਸਿੱਖਿਆ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ? ਅੰਗਰੇਜ਼ੀ ਭਾਸ਼ਾ। 1915 ਵਿੱਚ ਈਸਟ ਇੰਡੀਆ ਕੰਪਨੀ ਨੇ ਮਦਰਾਸ ਵਿੱਚ ਕਿਹੜਾ ਸਕੂਲ ਖੋਲ੍ਹਿਆ? ਸੇਂਟ ਮੈਰੀ ਚੈਰਿਟੀ ਸਕੂਲ। ਰਾਜਾ ਰਾਮ ਮੋਹਨ ਰਾਏ ਨੇ ਵਿਆਕਰਨ, ਭੂਗੋਲ, ਖਗੋਲ ਵਿਗਿਆਨ ਅਤੇ ਬੀਜ ਗਣਿਤ ਦੀਆਂ ਪੁਸਤਕਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ? ਬੰਗਾਲੀ ਭਾਸ਼ਾ ਵਿੱਚ।
ਭਾਰਤ ਵਿੱਚ ਡੀਏਵੀ ਸਿੱਖਿਆ ਸੰਸਥਾਵਾਂ ਕਿਸ ਦੀ ਯਾਦ ਵਿੱਚ ਸਥਾਪਿਤ ਕੀਤੀਆਂ ਗਈਆਂ? ਸਵਾਮੀ ਦਇਆਨੰਦ ਸਰਸਵਤੀ। ਜੋਤੀਬਾ ਫੂਲੇ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਕਾਰਜਾਂ ਕਰਕੇ ਉਹਨਾਂ ਨੂੰ ਕਿਹੜੀ ਉਪਾਧੀ ਦਿੱਤੀ ਗਈ? ਮਹਾਤਮਾ ਦੀ। ਆਂਧਰ ਪ੍ਰਦੇਸ਼ ਦੇ ਉਸ ਮਹਾਨ ਵਿਅਕਤੀ ਦਾ ਨਾਂ ਦੱਸੋ ਜਿਸ ਨੂੰ ਸਮਾਜ ਸੁਧਾਰਾਂ ਕਰਕੇ ਪੈਗੰਬਰ ਦੀ ਉਪਾਧੀ ਦਿੱਤੀ ਗਈ? ਵੀਰ ਸਲਿੰਗਮ। ਨੀਵੀਂ ਜਾਤੀ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਪੇਰੀਆਰ ਰਾਮਾ ਸਵਾਮੀ ਨੇ ਕਿਹੜੀ ਸੰਸਥਾ ਦੀ ਸਥਾਪਨਾ ਕੀਤੀ? ਦ੍ਰਵਿੜ ਕਜ਼ਗਮ। ਭਾਰਤ ਦੇ ਸੰਵਿਧਾਨ ਵਿੱਚ ਕਿਸ ਮਹਾਨ ਵਿਅਕਤੀ ਦੇ ਯਤਨਾਂ ਸਦਕਾ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ? ਡਾਕਟਰ ਭੀਮ ਰਾਓ ਅੰਬੇਦਕਰ ਦੇ ਯਤਨਾਂ ਸਦਕਾ। 1931 ਈਸਵੀ ਵਿੱਚ ਹੋਈ ਅੰਗਰੇਜ਼ਾਂ ਨਾਲ ਗੋਲਮੇਜ਼ ਕਾਨਫਰੰਸ ਵਿੱਚ ਨੀਵੀਂ ਜਾਤੀ ਦੇ ਲੋਕਾਂ ਲਈ ਕਿਹੜੇ ਅਧਿਕਾਰਾਂ ਦੀ ਮੰਗ ਕੀਤੀ ਗਈ? ਰਾਜਨੀਤਿਕ ਅਧਿਕਾਰਾਂ ਦੀ। ਮੂਕ ਨਾਇਕ ਅਖਬਾਰ ਕਿਸ ਨੇ ਕੱਢਿਆ? ਡਾਕਟਰ ਭੀਮ ਰਾਓ ਅੰਬੇਦਕਰ ਨੇ। ਜੋਤੀਬਾ ਫੂਲੇ, ਵੀਰ ਸਲਿੰਗਮ, ਸ਼੍ਰੀ ਨਾਰਾਇਣ ਗੁਰੂ, ਪਰਿਆਰ ਰਾਮਾ ਸਵਾਮੀ, ਡਾਕਟਰ BR ਅੰਬੇਦਕਰ ਅਤੇ ਮਹਾਤਮਾ ਗਾਂਧੀ, ਇਹਨਾਂ ਵਿਅਕਤੀਆਂ ਨੂੰ ਤੁਸੀਂ ਕੀ ਨਾਂ ਦਿਓਗੇ? ਸਮਾਜ ਸੁਧਾਰਕ। ਅੰਤਰਜਾਤੀ ਵਿਆਹ ਤੋਂ ਕੀ ਭਾਵ ਹੈ? ਇੱਕ ਜਾਤੀ ਦਾ ਦੂਸਰੀ ਜਾਤੀ ਵਿੱਚ ਵਿਆਹ। ਬਾਲ ਵਿਆਹ ਪ੍ਰਥਾ ਦੇ ਵਿਰੁੱਧ ਕਾਨੂੰਨ ਕਦੋਂ ਪਾਸ ਕੀਤਾ ਗਿਆ? 1891 ਈਸਵੀ ਵਿੱਚ। ਦਲਿਤਾਂ ਲਈ ਹਰੀਜਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ। ਇੱਕ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਕਰਨ ਨੂੰ ਕੀ ਕਹਿੰਦੇ ਹਨ? ਬਸਤੀਵਾਦ। ਮਦਰਾਸ ਭਾਰਤ ਦੇ ਪੂਰਬੀ ਤੱਟ 'ਤੇ ਸਥਿਤ ਹੈ। ਇਸ ਦਾ ਵਰਤਮਾਨ ਨਾਮ ਚੇਨਈ ਹੈ। ਹੁਣ ਇਹ ਕਿਸ ਰਾਜ ਦੀ ਰਾਜਧਾਨੀ ਹੈ? ਤਾਮਿਲਨਾਡੂ ਦੀ। ਉਸ ਨਗਰ ਦਾ ਨਾਂ ਦੱਸੋ ਜਿਸ ਨੂੰ ਪੁਰਤਗਾਲੀਆਂ ਨੇ ਆਪਣੀ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਕਰਨ ਸਮੇਂ ਇੰਗਲੈਂਡ ਨੂੰ ਦਾਜ ਦੇ ਰੂਪ ਵਿੱਚ ਦਿੱਤਾ ਸੀ? ਬੰਬਈ। ਤੇ ਇਹਦਾ ਵਰਤਮਾਨ ਜਿਹੜਾ ਨਾਂ ਹੈ ਮੁੰਬਈ। ਵਿਕਟੋਰੀਆ ਬਾਗ ਕਿੱਥੇ ਸਥਿਤ ਹੈ? ਮੁੰਬਈ ਵਿਖੇ। ਕਲਕੱਤੇ ਦਾ ਵਰਤਮਾਨ ਨਾਂ ਕੀ ਹੈ? ਕੋਲਕਾਤਾ। ਹਾਵੜਾ ਪੁਲ ਅਤੇ ਵਿਕਟੋਰੀਆ ਮੈਮੋਰੀਅਲ ਕਿਸ ਸ਼ਹਿਰ ਵਿੱਚ ਸਥਿਤ ਹੈ? ਕੋਲਕਾਤਾ ਦੇ ਵਿੱਚ। ਈਸਟ ਇੰਡੀਆ ਕੰਪਨੀ ਦੁਆਰਾ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਵਿੱਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ? ਮਦਰਾਸ, ਚੇਨਈ ਦੇ ਵਿੱਚ। ਸਰਵਜਨਕ ਕਾਰਜ ਨਿਰਮਾਣ ਵਿਭਾਗ PWD ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਡਲਹੌਜੀ ਨੇ। ਪੁਲਿਸ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਕਾਰਨਵਾਲਿਸ ਨੇ। ਅੰਗਰੇਜ਼ਾਂ ਵੇਲੇ ਥਾਣੇ ਦੇ ਮੁਖੀ ਨੂੰ ਕੀ ਕਹਿੰਦੇ ਸਨ? ਦਰੋਗਾ। ਭਾਰਤੀ ਸੰਵਿਧਾਨ ਬਣ ਕੇ ਕਦੋਂ ਤਿਆਰ ਹੋਇਆ? 26 ਨਵੰਬਰ 1949 ਈਸਵੀ ਨੂੰ। ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਨਾਮ ਦੱਸੋ? ਡਾਕਟਰ ਰਾਜਿੰਦਰ ਪ੍ਰਸਾਦ। ਰਾਜਾਂ ਦਾ ਪੁਨਰਗਠਨ ਕਰਨ ਦੇ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸਨ? 3। ਕਾਰਗਿਲ ਦਾ ਯੁੱਧ ਕਦੋਂ ਹੋਇਆ? 1999 ਈਸਵੀ ਵਿੱਚ। ਗੁੱਟ ਨਿਰਲੇਪ ਦੀ ਪਹਿਲੀ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ? 1961 ਈਸਵੀ ਵਿੱਚ, ਬੈਲਗ੍ਰੇਡ ਦੇ ਵਿੱਚ। ਭਾਰਤ ਨੇ 1954 ਈਸਵੀ ਵਿੱਚ ਚੀਨ ਨਾਲ ਇੱਕ ਸਮਝੌਤਾ ਕੀਤਾ। ਇਹ ਸਮਝੌਤਾ ਕਿਹੜੇ ਸਿਧਾਂਤਾਂ 'ਤੇ ਆਧਾਰਿਤ ਸੀ? ਪੰਚਸ਼ੀਲ ਸਿਧਾਂਤਾਂ 'ਤੇ। ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਾ? 2 ਸਾਲ 11 ਮਹੀਨੇ ਤੇ 18 ਦਿਨ। ਭਾਰਤ ਅਤੇ ਚੀਨ ਵਿਚਕਾਰ ਯੁੱਧ ਕਦੋਂ ਹੋਇਆ? 1962 ਈਸਵੀ ਵਿੱਚ। ਇਤਿਹਾਸਕਾਰ ਸਾਵਰਕਰ ਅਤੇ ਅਸ਼ੋਕ ਮਹਿਤਾ ਨੇ 1857 ਈਸਵੀ ਦੇ ਵਿਦਰੋਹ ਨੂੰ ਕੀ ਨਾਮ ਦਿੱਤਾ? ਸੁਤੰਤਰਤਾ ਸੰਗਰਾਮ ਦਾ। ਜਾਨ ਲਾਰੈਂਸ ਅਤੇ ਜਾਨ ਸੀਲੇ ਨੇ 1857 ਈਸਵੀ ਦੇ ਵਿਦਰੋਹ ਨੂੰ ਕੀ ਨਾਮ ਦਿੱਤਾ? ਸੈਨਿਕ ਵਿਦਰੋਹ। ਨਾਨਾ ਸਾਹਿਬ ਅੰਗਰੇਜ਼ਾਂ ਦੇ ਵਿਰੁੱਧ ਕਿਉਂ ਹੋਏ? ਕਿਉਂਕਿ ਲਾਰਡ ਡਲਹੌਜੀ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ। ਜੇਕਰ ਕੋਈ ਭਾਰਤੀ ਰਾਜਾ ਸੰਤਾਨਹੀਣ ਮਰ ਜਾਂਦਾ ਸੀ ਤਾਂ ਉਸ ਦੁਆਰਾ ਗੋਦ ਲਏ ਪੁੱਤਰ ਨੂੰ ਅੰਗਰੇਜ਼ ਉਸਦਾ ਉੱਤਰਾਧਿਕਾਰੀ ਨਹੀਂ ਮੰਨਦੇ ਸਨ। ਇਸ ਨੀਤੀ ਨੂੰ ਅੰਗਰੇਜ਼ਾਂ ਨੇ ਕੀ ਨਾਂ ਦਿੱਤਾ? ਲੈਪਸ ਦੀ ਨੀਤੀ। ਲੈਪਸ ਨੀਤੀ ਕਿਹੜੇ ਗਵਰਨਰ ਜਨਰਲ ਦੁਆਰਾ ਚਲਾਈ ਗਈ? ਲਾਰਡ ਡਲਹੌਜੀ ਦੁਆਰਾ। 1857 ਈਸਵੀ ਦੇ ਵਿਦਰੋਹ ਤੋਂ ਬਾਅਦ 1 ਨਵੰਬਰ 1958 ਨੂੰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੁਆਰਾ ਭਾਰਤੀਆਂ ਨੂੰ ਦਿੱਤੀਆਂ ਕੋਈ 2 ਸਹੂਲਤਾਂ ਦੱਸੋ? ਭਾਰਤੀਆਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ 'ਤੇ ਲਗਾਉਣਾ, ਭਾਰਤੀਆਂ ਨੂੰ ਪ੍ਰਸ਼ਾਸਨ ਵਿੱਚ ਉੱਚੇ ਅਹੁਦਿਆਂ 'ਤੇ ਲਗਾਉਣਾ। ਅਵਧ, ਅੱਜ ਕੱਲ੍ਹ ਜਿਹਨੂੰ ਉੱਤਰ ਪ੍ਰਦੇਸ਼ ਕਿਹਾ ਜਾਂਦਾ ਹੈ, ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?
1856 ਈਸਵੀ ਵਿੱਚ। 1857 ਈਸਵੀ ਦੇ ਵਿਦਰੋਹ ਸਮੇਂ ਲਖਨਊ ਕਿਹੜੇ ਰਾਜ ਦੀ ਰਾਜਧਾਨੀ ਸੀ? ਅਵਧ ਦੀ। ਅੰਗਰੇਜ਼ੀ ਸੈਨਾ ਵਿੱਚ ਭਾਰਤੀ ਸੈਨਿਕ ਵੱਧ ਤੋਂ ਵੱਧ ਕਿਸ ਅਹੁਦੇ ਤੱਕ ਪਹੁੰਚ ਸਕਦੇ ਸਨ? ਸੂਬੇਦਾਰ ਤੱਕ। ਲਾਰਡ ਵਿਲੀਅਮ ਬੈਂਟਿਕ ਦੁਆਰਾ ਭਾਰਤੀ ਸਮਾਜ ਵਿੱਚ ਕੀਤਾ ਗਿਆ ਕੋਈ ਇੱਕ ਸੁਧਾਰ ਦੱਸੋ। ਸਤੀ ਪ੍ਰਥਾ ਨੂੰ ਬੰਦ ਕਰਨਾ। 1857 ਈਸਵੀ ਦੇ ਵਿਦਰੋਹ ਦੇ ਪੰਜਾਬ ਵਿੱਚ ਕਿਹੜੇ ਕੇਂਦਰ ਸਨ? ਫਿਰੋਜ਼ਪੁਰ, ਪਿਸ਼ਾਵਰ, ਜਲੰਧਰ ਆਦਿ। 1857 ਈਸਵੀ ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਕਿਹੜੀ ਨੀਤੀ ਅਪਣਾਉਣੀ ਸ਼ੁਰੂ ਕੀਤੀ? ਪਾੜੋ ਤੇ ਰਾਜ ਕਰੋ। ਚਰਬੀ ਵਾਲੇ ਕਾਰਤੂਸਾਂ ਵਾਲੀ ਘਟਨਾ ਕਿਹੜੀ ਛਾਉਣੀ ਵਿੱਚ ਵਾਪਰੀ? ਬੈਰਕਪੁਰ ਦੀ ਛਾਉਣੀ ਵਿੱਚ। ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ 3 ਕਾਲਾਂ ਵਿੱਚ ਵੰਡਿਆ ਹੈ? ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਕਾਲ। ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? 16ਵੀਂ ਸਦੀ ਵਿੱਚ। ਸਆਦਤ ਖਾਂ ਨੇ ਅਵਧ ਨੂੰ ਸੁਤੰਤਰ ਰਾਜ ਕਦੋਂ ਬਣਾਇਆ? 1739 ਈਸਵੀ ਵਿੱਚ। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਮੰਨਿਆ ਜਾਂਦਾ ਹੈ? 18ਵੀਂ ਸਦੀ ਵਿੱਚ। ਯੂਰਪ ਦੇ ਵਿੱਚ 16ਵੀਂ ਸਦੀ ਦੇ ਵਿੱਚ ਤੇ ਭਾਰਤ ਦੇ ਵਿੱਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਦੇ ਵਿੱਚ। 1724 ਈਸਵੀ ਵਿੱਚ ਸਭ ਤੋਂ ਪਹਿਲਾਂ ਹੈਦਰਾਬਾਦ ਵਿੱਚ ਕਿਸ ਨੇ ਸੁਤੰਤਰ ਰਾਜ ਦੀ ਨੀਂਹ ਰੱਖੀ? ਨਿਜ਼ਾਮ ਉਲ ਮੁਲਕ ਨੇ। ਸੰਸਦ ਭਵਨ ਭਾਰਤ ਵਿੱਚ ਕਿੱਥੇ ਹੈ? ਦਿੱਲੀ ਵਿਖੇ। ਆਦਿਵਾਸੀ ਲੋਕ ਜੋ ਕਬੀਲਿਆਂ ਵਿੱਚ ਰਹਿੰਦੇ ਸਨ ਉਹਨਾਂ ਦੇ ਸਮਾਜ ਨੂੰ ਕੀ ਕਿਹਾ ਜਾਂਦਾ ਹੈ? ਕਬਾਇਲੀ ਸਮਾਜ। ਕਬਾਇਲੀ ਸਮਾਜ ਦਾ ਸਭ ਤੋਂ ਵੱਡਾ ਹਿੱਸਾ ਕਿਹੜੇ ਰਾਜਾਂ ਵਿੱਚ ਰਹਿੰਦਾ ਸੀ? ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ। ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਕਿਸ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ? ਖਾਸੀਸ ਕਬੀਲੇ ਦੁਆਰਾ। ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕਿਹੜੇ ਕਬੀਲੇ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਗਿਆ? ਕੌਲ ਕਬੀਲੇ ਦੁਆਰਾ 1820 ਈਸਵੀ ਵਿੱਚ। ਕਬਾਇਲੀ ਮੁੰਡਾ ਕਬੀਲੇ ਦੇ ਲੋਕ ਕਿਸ ਵਿਅਕਤੀ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਨ? ਬਿਰਸਾ ਮੁੰਡਾ ਨੂੰ। ਛੋਟਾ ਨਾਗਪੁਰ ਇਲਾਕੇ ਦੇ ਖਰੋਦ ਕਬੀਲਾ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਰੋਧ ਕਦੋਂ ਸ਼ੁਰੂ ਕੀਤਾ? 1846 ਈਸਵੀ ਵਿੱਚ। ਗੋਂਡ, ਭੀਲ, ਸੰਥਾਲ ਤੇ ਮਿਜ਼ੋ ਕਬੀਲਿਆਂ ਵਿੱਚ ਕਿਸ ਕਬੀਲੇ ਦੀ ਗਿਣਤੀ ਸਭ ਤੋਂ ਵੱਧ ਹੈ? ਗੋਂਡ ਦੀ। 1834 ਈਸਵੀ ਵਿੱਚ ਟੀ ਕੰਪਨੀ ਦੀ ਸਥਾਪਨਾ, ਚਾਹ ਵਾਲੀ ਕੰਪਨੀ ਦੀ ਸਥਾਪਨਾ ਕਿੱਥੇ ਕੀਤੀ ਗਈ? ਅਸਾਮ ਵਿੱਚ। ਬਨੌਟੀ ਨੀਲ ਕਦੋਂ ਤਿਆਰ ਹੋਣ ਲੱਗਾ? 1879 ਈਸਵੀ ਵਿੱਚ। ਭਾਰਤ ਵਿੱਚ ਜੁਲਾਹਿਆਂ ਦੁਆਰਾ ਕੱਪੜਾ ਤਿਆਰ ਕਰਨ ਲਈ ਪਹਿਲਾਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਸੀ? ਘਾਹ ਦੇ ਰੇਸ਼ਿਆਂ ਦੀ। ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਦੋਂ ਅਤੇ ਕਿੱਥੇ ਸਥਾਪਿਤ ਕੀਤਾ ਗਿਆ? 1854 ਈਸਵੀ ਵਿੱਚ, ਸੈਰਮਪੁਰ, ਬੰਗਾਲ ਵਿੱਚ। ਪਟਸਨ ਦੇ ਉਦਯੋਗ ਵਿੱਚ ਕਿਹੜੀਆਂ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਹਨ? ਬੋਰੀਆਂ, ਟਾਟ ਅਤੇ ਗਲੀਚੇ। ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਕਿਉਂ ਨਹੀਂ ਹੁੰਦੀ ਸੀ? ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਕਿਉਂ ਜ਼ਿਆਦਾ ਹੁੰਦੀ ਸੀ? ਕਿਉਂਕਿ ਵੱਧ ਮਿਹਨਤ ਕਰਨੀ ਪੈਂਦੀ ਸੀ ਉਹਨਾਂ ਨੂੰ ਤਿਆਰ ਕਰਨ ਦੇ ਲਈ। ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? 1840 ਈਸਵੀ ਵਿੱਚ, ਦੱਖਣੀ ਭਾਰਤ ਵਿੱਚ। ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤੀ ਪੇਂਡੂ ਲੋਕਾਂ ਦੇ ਮੁੱਖ ਕਿੱਤੇ ਕਿਹੜੇ ਸਨ ਜਾਂ ਲੋਕਾਂ ਦੀ ਆਰਥਿਕਤਾ ਦਾ ਆਧਾਰ ਕੀ ਸੀ? ਖੇਤੀਬਾੜੀ, ਤਰਖਾਣਾ ਕੰਮ, ਦਰਜੀ, ਮੋਚੀ, ਜੁਲਾਹਾ ਕੰਮ ਆਦਿ। ਵਿੱਘਾ ਕਿਸ ਨੂੰ ਕਹਿੰਦੇ ਹਨ? ਜ਼ਮੀਨ ਨੂੰ ਮਾਪਣ ਦੀ ਇੱਕ ਇਕਾਈ ਨੂੰ। ਅੰਗਰੇਜ਼ਾਂ ਕੋਲੋਂ ਹਿੰਦੂ ਪੁਨਰ ਵਿਆਹ ਕਾਨੂੰਨ ਕਿਸ ਦੇ ਯਤਨਾਂ ਸਦਕਾ ਪਾਸ ਕਰਵਾਇਆ ਗਿਆ? ਈਸ਼ਵਰ ਚੰਦਰ ਵਿਦਿਆਸਾਗਰ। ਬਹੁਤ ਹੀ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਪ੍ਰਥਾ ਨੂੰ ਕੀ ਕਹਿੰਦੇ ਹਨ? ਬਾਲ ਵਿਆਹ। ਬਾਲ ਵਿਆਹ, ਸਤੀ ਪ੍ਰਥਾ, ਜਾਤੀ ਪ੍ਰਥਾ, ਭਰੂਣ ਹੱਤਿਆ ਨੂੰ ਸਮੂਹਿਕ ਰੂਪ ਵਿੱਚ ਕੀ ਆਖਿਆ ਜਾਂਦਾ ਹੈ? ਸਮਾਜਿਕ ਬੁਰਾਈਆਂ। ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਤਹਿਜੀਬ ਉਲ ਇਖਲਾਕ ਅਖਬਾਰ ਕਿਸ ਨੇ ਕੱਢਿਆ? ਸਰ ਸੈਯਦ ਅਹਿਮਦ ਖਾਂ ਨੇ। ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤਨ, ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸਭ ਤੋਂ ਪਹਿਲਾਂ ਕਿਸ ਨੇ ਸ਼ੁਰੂ ਕੀਤੇ? ਨਾਮਧਾਰੀ ਮੁਖੀ ਸਤਿਗੁਰੂ ਬਾਬਾ ਰਾਮ ਸਿੰਘ ਜੀ ਨੇ। ਸਿੱਖ ਧਰਮ ਅਤੇ ਸਮਾਜ ਵਿੱਚੋਂ ਬੁਰਾਈਆਂ ਨੂੰ ਖਤਮ ਕਰਨ ਲਈ 1893 ਈਸਵੀ ਵਿੱਚ ਮੰਜੀ ਸਾਹਿਬ ਵਿਖੇ ਸਿੰਘ ਸਭਾ ਲਹਿਰ ਦੀ ਨੀਂਹ ਰੱਖੀ ਗਈ। ਇਸ ਦੇ ਪਹਿਲੇ ਪ੍ਰਧਾਨ ਕੌਣ ਸਨ? ਸਰਦਾਰ ਠਾਕੁਰ ਸਿੰਘ ਸੰਧਾਵਾਲੀਆ।
ਵਿਧਵਾ ਪੁਨਰ ਵਿਆਹ ਐਕਟ ਕਦੋਂ ਪਾਸ ਕੀਤਾ ਗਿਆ? 1856 ਈਸਵੀ ਵਿੱਚ। 19ਵੀਂ ਸਦੀ ਦੇ ਉਸ ਸਮਾਜ ਸੁਧਾਰਕ ਦਾ ਨਾਂ ਦੱਸੋ ਜਿਸ ਨੇ ਇਸਤਰੀਆਂ ਦੀ ਹਾਲਤ ਸੁਧਾਰਨ ਲਈ ਨੀਵੀਂ ਜਾਤੀ ਦੀਆਂ ਲੜਕੀਆਂ ਦੇ ਲਈ ਪੁਣੇ ਵਿਖੇ ਸਕੂਲ ਖੋਲ੍ਹਿਆ। ਮਹਾਤਮਾ ਜੋਤੀਬਾ ਫੂਲੇ। 19ਵੀਂ ਸਦੀ ਦੇ ਮਹਾਰਾਸ਼ਟਰ ਦੇ ਸਮਾਜ ਸੁਧਾਰਕ ਗੋਪਲਾ ਹਰੀ ਦੇਸ਼ਮੁਖ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ? ਲੋਕ ਹਿਤਕਾਰੀ। ਉਸ ਸਮਾਜ ਸੁਧਾਰਕ ਦਾ ਨਾਂ ਦੱਸੋ ਜਿਸ ਦੇ ਯਤਨਾਂ ਸਦਕਾ ਸਰਕਾਰ ਦੁਆਰਾ 1872 ਈਸਵੀ ਵਿੱਚ ਕਾਨੂੰਨ ਪਾਸ ਕਰਕੇ ਦੂਸਰੇ ਵਿਆਹ 'ਤੇ ਪਾਬੰਦੀ ਲਗਾਈ ਗਈ। ਕੇਸ਼ਵ ਚੰਦਰ ਸੇਨ ਦੇ ਯਤਨਾਂ ਸਦਕਾ। ਆਨੰਦ ਵਿਆਹ ਜਾਂ ਸਵਾ ਰੁਪਏ ਵਿੱਚ ਵਿਆਹ ਦੀ ਪ੍ਰਥਾ ਕਿਸਨੇ ਚਲਾਈ? ਸਤਿਗੁਰੂ ਰਾਮ ਸਿੰਘ ਜੀ ਨਾਮਧਾਰੀ ਨੇ। ਇਤਿਹਾਸ ਦੇ ਕਿਸ ਕਾਲ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ? 1919 ਈਸਵੀ ਤੋਂ 1947 ਈਸਵੀ ਤੱਕ ਨੂੰ। ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਵਿੱਚ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਜ਼ਖਮੀ ਹੋਏ? 1000 ਲੋਕ ਮਾਰੇ ਗਏ ਅਤੇ 3000 ਤੋਂ ਵੱਧ ਜ਼ਖਮੀ ਹੋਏ। 1920 ਈਸਵੀ ਵਿੱਚ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਕਿਹੜਾ ਅੰਦੋਲਨ ਸ਼ੁਰੂ ਕੀਤਾ? ਨਾ ਮਿਲਵਰਤਨ ਅੰਦੋਲਨ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਕਦੋਂ ਦਿੱਤੀ ਗਈ? 23 ਮਾਰਚ 1931 ਨੂੰ। 1923 ਈਸਵੀ ਵਿੱਚ ਸੁਤੰਤਰਤਾ ਪ੍ਰਾਪਤ ਕਰਨ ਲਈ ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ? ਪੰਡਿਤ ਮੋਤੀ ਲਾਲ ਨਹਿਰੂ ਅਤੇ CR ਦਾਸ ਨੇ। 26 ਜਨਵਰੀ 1930 ਈਸਵੀ ਨੂੰ ਸਾਰੇ ਭਾਰਤ ਵਿੱਚ ਕਿਹੜਾ ਦਿਵਸ ਮਨਾਇਆ ਗਿਆ? ਸੁਤੰਤਰਤਾ ਦਿਵਸ। ਸੁਭਾਸ਼ ਚੰਦਰ ਬੋਸ ਨੇ ਕੀ ਨਾਅਰਾ ਦਿੱਤਾ? ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਕਿਸੇ ਦੇਸ਼ ਦੇ ਨਾਗਰਿਕਾਂ ਵਿੱਚ ਪਾਈ ਜਾਣ ਵਾਲੀ ਭਾਵਨਾ ਜਿਸ ਤੋਂ ਉਹਨਾਂ ਨੂੰ ਇਹ ਲੱਗੇ ਕਿ ਉਹ ਸਾਰੇ ਇੱਕ ਰਾਸ਼ਟਰ ਨਾਲ ਸੰਬੰਧ ਰੱਖਦੇ ਹਨ, ਇਸ ਭਾਵਨਾ ਨੂੰ ਕੀ ਕਹਿੰਦੇ ਹਨ? ਰਾਸ਼ਟਰੀ ਚੇਤਨਾ। ਭਾਰਤ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਦਾ ਕੋਈ ਇੱਕ ਕਾਰਨ ਦੱਸੋ। ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ। ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗਾ। ਇਹ ਸ਼ਬਦ ਕਿਸ ਦੇ ਸਨ? ਬਾਲ ਗੰਗਾਧਰ ਤਿਲਕ ਦੇ। ਕਿਹੜੇ ਸੁਧਾਰ ਐਕਟ ਰਾਹੀਂ ਮੁਸਲਮਾਨਾਂ ਲਈ ਵੱਖਰੀ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ? 1909 ਦਾ ਮਿੰਟੋ ਮਾਰਲੇ ਸੁਧਾਰ ਐਕਟ। ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਕਿਸੇ ਇੱਕ ਮੁੱਖ ਨੇਤਾ ਦਾ ਨਾਮ ਦੱਸੋ। ਸਰਦਾਰ ਅਜੀਤ ਸਿੰਘ, ਜੋ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਨ। ਗਦਰ ਪਾਰਟੀ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਕਿਹੜਾ ਅਖਬਾਰ ਕੱਢਿਆ? ਗਦਰ। ਪੁਣੇ ਵਿਖੇ ਹੋਮ ਰੂਲ ਦੀ ਸਥਾਪਨਾ ਕਿਸ ਨੇ ਕੀਤੀ? ਬਾਲ ਗੰਗਾਧਰ ਤਿਲਕ ਨੇ। ਮੁਸਲਿਮ ਲੀਗ ਰਾਜਨੀਤਿਕ ਸੰਸਥਾ ਕਿਹੜੇ ਵਰਗ ਦੀ ਸੰਸਥਾ ਹੈ? ਮੁਸਲਮਾਨਾਂ ਦੀ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? 1906 ਈਸਵੀ ਵਿੱਚ। ਕਾਨੂੰਨ ਨਿਰਮਾਣ ਕੌਂਸਲਜ਼ ਵਿੱਚ ਕਿਸ ਐਕਟ ਰਾਹੀਂ ਭਾਰਤੀਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ? ਇੰਡੀਅਨ ਕੌਂਸਲ ਐਕਟ 1892। ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ? ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ। ਭਾਸ਼ਾ ਦੇ ਰੂਪ ਨਾਵਲ, ਕਹਾਣੀ, ਕਥਾ, ਕਵਿਤਾ, ਨਾਟਕ ਆਦਿ ਨੂੰ ਸਮੂਹਿਕ ਰੂਪ ਵਿੱਚ ਕੀ ਕਹਿੰਦੇ ਹਨ? ਸਾਹਿਤ। ਬੰਗਾਲੀ ਭਾਸ਼ਾ ਦੇ ਕਿਸੇ ਇੱਕ ਲੇਖਕ ਦਾ ਨਾਮ ਦੱਸੋ। ਬੰਕਿਮ ਚੰਦਰ ਚੈਟਰਜੀ। ਬੰਗਾਲੀ ਭਾਸ਼ਾ ਦੇ ਕਿਸ ਨਾਵਲ ਨੂੰ ਬੰਗਾਲੀ ਦੇਸ਼ ਪ੍ਰੇਮ ਦੀ ਬਾਈਬਲ ਕਿਹਾ ਜਾਂਦਾ ਹੈ? ਆਨੰਦ ਮਠ ਨੂੰ। ਮੁਨਸ਼ੀ ਪ੍ਰੇਮਚੰਦ ਦੇ ਉਹਨਾਂ ਨਾਵਲਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਉਸਨੇ ਅੰਗਰੇਜ਼ੀ ਸਰਕਾਰ ਦੁਆਰਾ ਕਿਸਾਨਾਂ ਦੇ ਸ਼ੋਸ਼ਣ ਦੀ ਜਾਣਕਾਰੀ ਦਿੱਤੀ। ਗੋਦਾਨ ਅਤੇ ਰੰਗਭੂਮੀ। ਅੰਗਰੇਜ਼ੀ ਭਾਸ਼ਾ ਵਿੱਚ ਨਾਟਕ ਲਿਖਣ ਵਾਲੇ ਇੱਕ ਭਾਰਤੀ ਲੇਖਕ ਦਾ ਨਾਂ R.K. ਨਾਰਾਇਣ। ਬੰਗਾਲੀ ਭਾਸ਼ਾ ਵਿੱਚ ਸੰਵਾਦ ਕੌਮ ਦੀ ਅਖਬਾਰ ਕਿਸ ਨੇ ਕੱਢਿਆ? ਰਾਜਾ ਰਾਮ ਮੋਹਨ ਰਾਏ ਨੇ। ਮਰਾਠੀ ਭਾਸ਼ਾ ਵਿੱਚ ਕੇਸਰੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਅਖਬਾਰ ਕਿਸ ਨੇ ਕੱਢੇ? ਬਾਲ ਗੰਗਾਧਰ ਤਿਲਕ ਨੇ। ਬੜੌਦਾ ਯੂਨੀਵਰਸਿਟੀ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਦਾ ਨਾਂ ਦੱਸੋ। ਗੁਲਾਮ ਸ਼ੇਖ। ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ, ਜਿਸ ਨੂੰ ਅੱਜ ਕੱਲ੍ਹ ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਿਆਲਿਆ ਕਿਹਾ ਜਾਂਦਾ ਹੈ, ਕਿਸ ਸ਼ਹਿਰ ਵਿੱਚ ਸਥਿਤ ਹੈ? ਮੁੰਬਈ। ਚੇਨਈ ਵਿੱਚ ਪ੍ਰਸਿੱਧ ਸਮੁੰਦਰੀ ਕਿਨਾਰੇ ਦਾ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਇਸ ਦੀ ਲੰਬਾਈ ਕਿੰਨੀ ਹੈ? ਮਰੀਨਾ ਬੀਚ। ਲੰਬਾਈ ਹੈ ਇਹਦੀ 6 ਕਿਲੋਮੀਟਰ। ਪੰਜਾਬ ਵਿੱਚ ਛਪਣ ਵਾਲੇ ਇੱਕ ਪੁਰਾਣੇ ਅਖਬਾਰ ਸਮੂਹ ਦਾ ਨਾਮ ਦੱਸੋ। ਟ੍ਰਿਬਿਊਨ। ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਤੁਹਾਡੇ ਲਈ ਲਾਭਦਾਇਕ ਹੋਣਗੇ। ਥੈਂਕਸ ਫॉर ਵਾਚਿੰਗ।